ऑलरेडी उन्होंने टर्म्स ऑफ रेफरेंस एक चीज लिख दी है कि ਜਿਹੜੇ ਅੱਡ-ਅੱਡ ਪੰਥ ਨੇ ਅੱਡ-ਅੱਡ ਗਰੁੱਪ ਨੇ ਅੱਡ-ਅੱਡ ਨੇ ਜੇ ਉਹ ਆਪਣਾ ਧਰਮ ਅੱਡ ਲਿਖਾਣਾ ਹੁਣ ਉਹਦੇ ਚ ਪਹਿਲਾਂ ਤਾਂ ਮੇਜਰ ਜਿਹੜੇ ਰਿਲੀਜਨਸ ਨੇ ਉਹਨਾਂ ਦੀ ਕੈਟਾਗਰੀ ਸੀ ਕਿ ਉਹ ਅੱਡ ਵੀ ਹੋ ਸਕਦੇ ਨੇ ਸੋ ਸਾਨੂੰ ਉਦੋਂ ਹੀ ਨਜ਼ਰ ਆਇਆ ਵੀ ਇਹ ਤਾਂ ਕੱਲ ਨੂੰ ਰਾਧਾ ਸੁਆਮੀ ਵੀ ਅੱਡ ਨਿਰੰਕਾਰੀ ਵੀ ਅੱਡ ਸੌਦਾ ਸਾਹਿਬ ਦੇ ਚੇਲੇ ਵੀ ਅੱਡ ਉਦਾਸੀ ਉਹਨਾਂ ਨੇ ਕਿਹਾ ਜੀ ਅਸੀਂ 22% ਹੈ ਸਟੇਟ ਪਾਪੂਲੇਸ਼ਨ ਦਾ ਪੰਜਾਬ ਦੀ ਪਾਪੂਲੇਸ਼ਨ ਦਾ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਹੋਲੀ ਕਿਤਾਬ ਹੈ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਉਹਨੂੰ ਵੀ ਹੋਲੀ ਸਕ੍ਰਿਪਚਰਸ ਦੇ ਜਿਹੜੇ ਉਹਦੇ ਚ ਸਪੈਸੀਫਾਈ ਕੀਤੇ ਗਏ ਨੇ ਬਿੱਲ ਚ ਉਹਨਾਂ ਚ ਸਾਡੇ ਗ੍ਰੰਥ ਨੂੰ ਵੀ ਹੋਲੀ ਸਕ੍ਰਿਪਚਰ ਐਲਾਨ Birdi claimed that they were fighting to get the status of religion for Ravidasiyas as they were so far considered a religious sect. So ਹੋਏਗਾ ਕਿ ਵੀ ਇਹਦੇ ਚ ਪਹਿਲਾਂ ਉਹਦੇ ਚ ਸ਼ਾਮਲ ਹੋਏਗਾ ਕਿ ਜੀ ਅੰਮ੍ਰਿਤਬਾਣੀ ਇਹਨਾਂ ਦਾ ਗ੍ਰੰਥ ਹੈ ਫਿਰ ਇਹਨਾਂ ਦਾ ਕਲੇਮ ਹੋਏਗਾ ਜਦੋਂ ਸੈਂਸਸ ਹੋਣੀ ਹੈ ਕਿ ਜੀ ਅਸੀਂ ਕਿਉਂਕਿ ਸਾਡਾ ਸੈਪਰੇਟ ਗ੍ਰੰਥ ਹੈ ਅਸੀਂ ਸੈਪਰੇਟ ਧਰਮ ਹੈ ਔਰ ਸਾਡੇ ਲਈ ਸੈਪਰੇਟ ਧਰਮ ਦਾ ਖਾਨਾ ਜਿਹੜਾ ਉਹ ਬਣਾਇਆ ਜਾਏ ਅਲਟੀਮੇਟਲੀ ਇਹ ਹੋਏਗਾ ਕਿ ਸੈਂਸਸ ਤੋਂ ਬਾਅਦ ਜਦੋਂ ਕਿ ਰਵਿਦਾਸੀਆਂ ਦਾ ਇੱਕ ਆਪਣਾ ਧਰਮ ਬਣਿਆ ਹੋਏਗਾ ਔਰ ਆਲਰੇਡੀ ਰਾਧਾ ਸੁਆਮੀ ਔਰ ਦੂਜੇ ਆਪਣੇ ਹੋਣਗੇ ਉਹ ਕਹਿਣਗੇ ਸਿੱਖ ਤਾਂ ਲਓ ਜੀ ਪੰਜਾਬ ਦੇ ਵਿੱਚ ਇਹ ਤਾਂ 30% ਵੀ ਸਿੱਖਾਂ ਦੀ ਆਬਾਦੀ ਨਹੀਂ ਹੈ ਇੰਨੀ ਦੂਜਿਆਂ ਦੀ ਆ ਦੱਸੋ ਜੀ ਕਿੱਥੇ ਤੁਸੀਂ ਖਾਲਿਸਤਾਨ ਬਣਾਉਣਾ तो ये बड़ी खतरनाक गेम है और इस दे उत्ते क्योंकि हुण अकालियां तो जां किसी होर तो की तवक्को करनी है पर मैनूं ये देखदे हैं कि भी जो ही मैं ये देखिया कि भी ये तां बहुत खतरनाक जिहड़ी है ये गेम ये कोई एंटी सैक्रिलेज बिल नहीं है इनफैक्ट ये सिखां नूं फर्दर डिवाइड करके पंजाब च सिखां नूं माइनॉरिटी च करन दी साजिश दर्शकों ब्रेक तो बाद फिर दोबारा ਤੁਹਾਡਾ ਸਵਾਗਤ ਹੈ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ ਇਉਂ ਜਾਪਦਾ ਹੈ ਕਿ ਪੰਜਾਬ ਵਿੱਚ ਬੇਅਦਬੀ ਰੋਕੂ ਕਾਨੂੰਨ ਦੀ ਆੜ ਵਿੱਚ ਦਲਿਤ ਵਰਗ ਨੂੰ ਸਿੱਖੀ ਤੋਂ ਦੂਰ ਕਰਨ ਦੀ ਡੂੰਗੀ ਸਾਜ਼ਿਸ਼ ਹੈ ਉਹ ਜਿਹੜੀ ਹੈ ਰਚੀ ਜਾ ਰਹੀ ਹੈ ਔਰ ਇਸ ਬਿੱਲ ਵਿੱਚ ਗੁਰੂ ਗ੍ਰੰਥ ਸਾਹਿਬ ਕੁਰਾਨ ਸ਼ਰੀਫ ਗੀਤਾ ਰਮਾਇਣ ਆਦਿ ਗ੍ਰੰਥਾਂ ਦੀ ਬੇਅਦਬੀ ਦਾ ਮੈਂਸ਼ਨ ਕੀਤਾ ਗਿਆ ਹੈ ਪਰ ਹੁਣ ਦਲਿਤ ਸਮਾਜ ਦੇ ਇੱਕ ਵਰਗ ਤੋਂ ਇੱਕ ਮੰਗ ਕਰਵਾਈ ਗਈ ਹੈ ਕਿ ਹਾਲ ਹੀ ਵਿੱਚ ਕੱਢੇ ਗਏ ਗ੍ਰੰਥ ਵਿੱਚ ਅੰਮ੍ਰਿਤ ਬਾਣੀ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ ਇਹ ਬਹੁਤ ਹੀ ਖਤਰਨਾਕ ਖੇਡ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ RSS ਦੀ ਬੀ ਟੀਮ ਉਸ ਦਾ ਖੁੱਲ੍ਹ ਕੇ ਦਾਅਵਾ ਕਿ ਮੇਰਾ ਪਿਓ ਵੀ ਜਨਸੰਘੀ ਸੀ ਮੈਂ ਤਾਂ ਜਨਮ ਤੋਂ ਹੀ ਜਨਸੰਘੀ ਹਾਂ ਔਰ ਜੇ ਉਹਦਾ ਵਰਤਾਰਾ ਦਿੱਲੀ ਦਾ ਚੀਫ ਮਿਨਿਸਟਰ ਹੁੰਦਿਆਂ ਸਿੱਖਾਂ ਪ੍ਰਤੀ ਮੁਸਲਮਾਨਾਂ ਪ੍ਰਤੀ ਦੇਖੋ ਔਰ ਜੋ ਕੁਛ ਭਗਵੰਤ ਮਾਨ ਦੀ ਸਰਕਾਰ ਜਿਹੜਾ ਆਲਮੋਸਟ ਅੱਧੀ ਟਰਮ ਜਿਹਨਾਂ ਦੀ ਲੰਘ ਚੁੱਕੀ ਹੈ ਉਹਨਾਂ ਦੀਆਂ ਨੀਤੀਆਂ ਤੁਸੀਂ ਦੇਖੋਗੇ ਤਾਂ ਇਹ ਸਮਝ ਆਉਂਦਾ ਹੈ ਕਿ ਭਾਈ ਇਹਨਾਂ ਨੇ ਬਿਲਕੁਲ ਹਿੰਦੂਤਵਾ ਦੇ ਏਜੰਡੇ ਨੂੰ ਵੀ ਵਨ ਵੇ ਔਰ ਦਾ ਅਦਰ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ ਕਰਪਸ਼ਨ ਜਿਹੜੀ ਆ ਉਹ ਤਾਂ ਛੱਤ ਪਾੜ ਕੇ ਉੱਤੋਂ ਦੀ ਵੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਕਿ ਕਿਸ ਲੈਵਲ ਤੇ ਚਲੇ ਗਏ ਹੁਣ ਜ਼ਾਹਰ ਹੈ ਕਿ ਜਦੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਜਿਸ ਦੀ ਸ਼ੁਰੂਆਤ ਹੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਚੈਲੰਜ ਕੀਤਾ ਗਿਆ ਸੌਦਾ ਸਾਧ ਵੱਲੋਂ ਕਿ ਜੀ ਇਹ ਜਿਹੜਾ ਅਸੀਂ ਤੁਹਾਡਾ ਗੁਰੂ ਚੁੱਕ ਲਿਆ ਆ ਕੇ ਲੈ ਜਾਓ ਔਰ ਬਾਅਦ ਦੇ ਵਿੱਚ ਜੇ ਪਿੰਡ ਵਾਲਿਆਂ ਨੇ ਜਾ ਕੇ ਉਹਨਾਂ ਦੇ ਸਰਪੰਚ ਔਰ ਦੂਜਿਆਂ ਨੇ ਥਾਣੇ 'ਚ ਰਿਪੋਰਟ ਕੀਤੀ ਉਹਨਾਂ ਨੂੰ ਵੀ ਫੜ ਕੇ ਉਹਨਾਂ ਨੇ ਲੰਮੇ ਪਾ ਕੇ ਕੁੱਟਿਆ ਕਿਉਂਕਿ ਬਾਦਲ ਦੀ ਸਰਕਾਰ ਔਰ ਪੂਰਾ ਔਰ ਫਿਰ ਕੁਛ ਦੇਰ ਬਾਅਦ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਉਹ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਮਿਲਦੇ ਨੇ ਔਰ ਜੇ ਉਸ ਦੇ ਖਿਲਾਫ ਪ੍ਰੋਟੈਸਟ ਦੇ ਵਿੱਚ ਬਹਿਬਲ ਕਲਾਂ ਕੋਟਕਪੂਰੇ ਸਿੱਖ ਸੰਗਤ ਬੈਠਦੀ ਹੈ ਤੇ ਉਹਨਾਂ ਦੇ ਉੱਤੇ ਗੋਲੀਆਂ ਦੀ ਬਾਛੜ ਸੁਮੇਧ ਸੈਣੀ ਔਰ ਡਾਇਰੈਕਟ ਜਿਹੜਾ ਉਹ ਸੁਖਬੀਰ ਬਾਦਲ ਹੋਮ ਮਿਨਿਸਟਰ ਹੈ ਔਰ ਜ਼ਾਹਰ ਹੈ ਬਾਦਲ ਚੀਫ ਮਿਨਿਸਟਰ ਹੈ ਇਹ ਸਾਰੇ ਅੱਜ ਅਸੀਂ 10 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ 2015 ਤੋਂ ਕਿੰਨਾ ਪਾਣੀ ਪੰਜਾਬ ਦੇ ਦਰਿਆਵਾਂ 'ਚੋਂ ਉਸ ਤੋਂ ਬਾਅਦ ਵਗਿਆ ਸਿੱਖਾਂ ਦੀਆਂ ਭਾਵਨਾਵਾਂ ਕਿੰਨੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਗੁਟਕੇ ਬੇਅਦਬੀ ਦੀਆਂ ਔਰ ਦੂਸਰੀਆਂ ਹੋਈਆਂ ਹੁਣ ਗੱਲ ਕਰਨੀ ਉੱਥੋਂ ਤੱਕ ਨਹੀਂ ਰਹੀ ਆ ਤੁਸੀਂ ਪਿਛਲੇ 2 ਹਫ਼ਤੇ 'ਚ ਦੇਖੋ ਕਿ 7 ਧਮਕੀਆਂ ਦਰਬਾਰ ਸਾਹਿਬ ਨੂੰ RDX ਨਾਲ ਉਡਾਉਣ ਦੀਆਂ ਆਈਆਂ ਇੱਥੇ ਕੋਈ ਇੱਕ ਅੱਧੀ ਘਟਨਾ ਹੋਏ
ਇੱਕ ਵਪਾਰੀ ਅਬੋਹਰ 'ਚ ਮਾਰਿਆ ਗਿਆ, ਹਾਲਾਂਕਿ ਕੰਡੈਮਨੇਬਲ ਐਕਟ ਹੈ ਜਿਹਨੇ ਵੀ ਉਹ ਕੀਤਾ। ਵਿਦਿਨ 24 ਆਵਰਸ ਉਹਨਾਂ ਨੇ 2 ਜਿਹੜੇ ਨੇ ਹੋਰ ਬੇਗੁਨਾਹ ਜਿਹੜੇ ਉਹ ਚੁੱਕ ਕੇ ਕਿ ਜੀ ਮੁਕਾਬਲਾ ਇਹਨਾਂ ਨੇ ਕੀਤਾ ਸੀ, ਅਸੀਂ ਮਾਰਤੇ। ਅੱਜ ਇਸ ਘਟਨਾਕ੍ਰਮ ਨੂੰ RDX ਵਾਲੇ ਨੂੰ ਕਿੰਨੇ ਦਿਨ ਹੋਏ ਨੇ। ਹੁਣ ਇਹ ਵੀ ਸਾਹਮਣੇ ਆਇਆ ਕਿ ਗੁਰਦੁਆਰਾ ਨਾਨਕ ਝੀਰਾ ਜਿਹੜਾ ਸਾਊਥ ਦੇ ਵਿੱਚ ਹੈ, ਉਹਨਾਂ ਨੂੰ ਵੀ ਉਡਾਉਣ ਦੀ ਧਮਕੀ ਮਿਲੀ ਹੈ ਔਰ ਇਹ ਉਹਨੂੰ ਜਸਟੀਫਾਈ ਕਰ ਰਹੇ ਨੇ ਕਿ ਡਾਰਕ ਨੈਟ ਯੂਜ਼ ਟੂ ਸੈਂਡ ਥ੍ਰੈਟ ਮੇਲਸ ਟੂ ਬਲੋ ਅਪ ਗੋਲਡਨ ਟੈਂਪਲ ਪੰਜਾਬ, ਕਿ ਜੀ ਇਹ ਜਿਹੜਾ ਡਾਰਕ ਨੈਟ ਦੇ ਉੱਤੇ ਉਹਦੇ ਤੋਂ ਧਮਕੀਆਂ ਜਾ ਰਹੀਆਂ ਨੇ ਔਰ ਉਹਦੀ ਸਾਡੇ ਕੋਲ ਪਹੁੰਚ ਨਹੀਂ ਹੈ ਵਰਚੁਅਲ ਪ੍ਰਾਈਵੇਟ ਨੈਟਵਰਕ ਦੇ ਰਾਹੀਂ ਜਾਂ ਡਾਰਕ ਨੈਟ ਰਾਹੀਂ ਜਿਹੜੀਆਂ ਨੇ, ਔਰ ਅਸੀਂ ਅਮਰੀਕਾ ਵਾਲਿਆਂ ਨੂੰ ਕਿਹਾ ਕਿ ਉਹਨਾਂ ਦੇ ਕੋਲ ਐਕਸੈਸ ਹੈ ਤੇ ਇਹ ਉਹ ਤੇ ਜਿਹੜਾ ਇਹਨਾਂ ਨੇ ਉਹ ਦੂਬੇ ਕਿ ਕੌਣ ਫੜਿਆ ਵੀ ਉਹਦੇ ਬਾਰੇ ਕੋਈ ਖਬਰ ਨਹੀਂ। ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਨੇ ਵੀ ਕਿਹਾ ਕਿ ਵੀ ਜਾਣਕਾਰੀ ਦਿਓ ਕੌਣ ਬੰਦਾ ਹੈ, ਤੁਸੀਂ ਉਹ ਫਰੀਦਾਬਾਦ ਦਾ ਰਹਿਣ ਵਾਲਾ, ਸਾਊਥ ਚੋਂ ਜਾ ਕੇ ਚੁੱਕਿਆ ਔਰ ਪਰ ਪੰਜਾਬ ਪੁਲਿਸ ਕਹਿ ਰਹੀ ਜੀ ਅਸੀਂ US ਬੇਸਡ ਫਰਮ ਨੂੰ ਕਮਿਊਨੀਕੇਟ ਕੀਤਾ ਹੈ। ਇਹ ਜਿਹੜਾ ਡਾਰਕ ਨੈਟ ਇਹ ਨੈਟਵਰਕ ਹੈਗਾ ਇੰਟਰਨੈਟ ਦੇ ਵਿਦੇ ਨਹੀਂ ਔਰ ਇਸ ਨੂੰ ਅਸੀਂ ਖਾਸ ਸੌਫਟਵੇਅਰ ਦੇ ਨਾਲ ਹੀ ਜਿਹੜਾ ਹੈ ਉਹ ਰੀਚ ਆਊਟ ਕਰ ਸਕਦੇ ਹਾਂ ਔਰ ਇਸ ਪੀਰੀਅਡ 'ਚ ਇਕੱਲਾ ਦਰਬਾਰ ਸਾਹਿਬ ਹੀ ਨਹੀਂ, ਹੋਰ ਵੀ ਹਿਸਟੋਰੀਕਲ ਔਰ ਦੂਜੀਆਂ ਥਾਵਾਂ ਵਾਲਿਆਂ ਨੂੰ ਧਮਕੀਆਂ ਮਿਲੀਆਂ ਨੇ, ਸਿਮਿਲਰ ਥ੍ਰੈਟਸ ਪਿਛਲੇ ਦਿਨਾਂ ਤੋਂ, ਔਰ ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ ਔਰ ਇਹ ਸਾਰੇ ਦੇ ਉੱਤੇ ਸਿਮਿਲਰਲੀ ਨਾਨਕ ਝੀਰਾ ਗੁਰਦੁਆਰਾ ਮੈਨੇਜਮੈਂਟ ਬਿਦਰ ਦੇ ਵਿੱਚ ਉਹਨਾਂ ਨੂੰ ਵੀ RDX ਨਾਲ ਉਡਾਉਣ ਦੀ ਜੁਲਾਈ 18 ਤੱਕ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੂੰ ਜੁਲਾਈ 18 ਦੀ ਇਹ ਧਮਕੀ ਮਿਲੀ ਹੋਈ ਹੈ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਇਸ ਨੂੰ ਇੰਨਾ ਖੁਰਖੇਡ ਬਣਾ ਦਿੱਤਾ ਹੈ, ਇਸ ਬਹਾਨੇ ਨਾਲ ਪੰਜਾਬ ਪੁਲਿਸ, ਜੇ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਧਮਕੀ ਕਿੱਥੋਂ ਆਈ ਹੈ, ਬੰਦਾ ਵੀ ਤੁਸੀਂ ਚੁੱਕ ਲਿਆ ਹੈ ਤੇ ਤੁਸੀਂ ਪੁਲਿਸ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਯੂਨੀਫਾਰਮਡ ਵੀ ਤਾਂ ਦੂਜੇ ਵੀ ਗੁਰਦੁਆਰਿਆਂ ਦੇ ਵਿੱਚ ਵਾੜਤੀ ਕਿ ਜੀ ਅਸੀਂ ਉਹਨੂੰ ਬਹੁਤ ਸਿਕਿਉਰ ਕਰਤਾ, ਅਸੀਂ ਐਕਸਟਰਾ ਪੁਲਿਸ ਦੇ ਦਿੱਤੀ ਹੈ। ਉਹਨੇ ਬੀਬੀ ਕਿਰਨਜੋਤ ਕੌਰ ਨੇ ਬਿਲਕੁਲ ਠੀਕ ਕਿਹਾ, ਉਹਨੇ ਕਿਹਾ ਔਰ ਯਾਦ ਹੈ ਮੈਨੂੰ ਕਿ ਵੀ ਅਸੀਂ ਬਚਪਨ 'ਚ ਜਦੋਂ ਦਰਬਾਰ ਸਾਹਿਬ ਜਾਣਾ ਉਹਦੇ ਬਾਹਰ ਲਿਖਿਆ ਹੁੰਦਾ ਸੀ, ਜਿਹੜੇ ਈਵਨ ਪੁਲਿਸ ਵਾਲੇ ਵੀ ਸੀ ਯੂਨੀਫਾਰਮ ਤੋਂ ਕੋਈ ਅੰਦਰ ਨਹੀਂ ਸੀ ਜਾ ਸਕਦਾ, ਜਿਹੜਾ ਭਾਵੇਂ ਕੋਈ ਸ਼ਰਧਾਲੂ ਦੇ ਤੌਰ ਤੇ ਹੋਏ, ਬੈਲਟ ਵੀ ਉਹ ਨਹੀਂ ਸੀ ਪਾ ਕੇ ਅੰਦਰ ਜਾ ਸਕਦਾ ਕਿਉਂਕਿ ਇਹ ਸੀ ਕਿ ਵੀ ਇਹ ਸਾਡੇ ਸੋਵਰਨ ਪਲੇਸਿਸ ਨੇ। ਤਾਂ ਹੁਣ ਯੂਨੀਫਾਰਮਡ ਪੁਲਿਸ ਤੁਸੀਂ ਗੁਰਦੁਆਰਿਆਂ ਦੇ ਅੰਦਰ ਵਾੜਤੀ ਇਸ ਬਹਾਨੇ ਦੇ ਨਾਲ ਕਿ ਜੀ, ਔਰ ਈਵਨ ਉਹ ਕਾਂਗਰਸ ਦਾ MP ਜਿਹੜਾ ਅੰਮ੍ਰਿਤਸਰ ਦਾ ਔਜਲਾ ਉਹ ਡਿਮਾਂਡ ਕਰ ਰਿਹਾ ਅਮਿਤ ਸ਼ਾਹ ਤੋਂ ਜੀ ਸੈਂਟਰਲ ਦਸਤੇ ਲਾਓ ਇੱਥੇ ਤੁਸੀਂ ਦੂਜੇ। ਬੰਦਾ ਕੌਣ ਹੈ, ਕਿੱਥੋਂ ਆ, ਕਿਉਂਕਿ ਕੰਮ ਇਹ ਸਾਰਾ ਏਜੰਸੀਆਂ ਦਾ। ਇਸ ਪੀਰੀਅਡ 'ਚ ਹਾਲਾਂ ਇਹਨਾਂ 2-2.5 ਸਾਲਾਂ 'ਚ ਨਾ ਕੋਈ ਸੌਦਾ ਸਾਧ ਦੇ ਖਿਲਾਫ ਪ੍ਰੋਪਰ ਇਨਕੁਆਰੀ, ਨਾ ਕੋਈ ਕੇਸ ਅੱਗੇ ਤੋਰਿਆ ਗਿਆ। ਇਹ ਹੋਇਆ ਕਿ ਜੀ ਅਸੀਂ ਇੱਕ ਐਂਟੀ ਸੈਕਰੀਲੇਜ ਬਿੱਲ ਲੈ ਆਂਦਾ ਜਿਹਦੇ ਥੱਲੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਇਕੱਲੀ ਬੇਅਦਬੀ ਨਹੀਂ, ਇਹਦੇ 'ਚ ਰਮਾਇਣ ਵੀ, ਮਹਾਭਾਰਤ ਵੀ, ਬਾਈਬਲ ਵੀ, ਕੁਰਾਨ ਸ਼ਰੀਫ ਵੀ। ਚਲੋ ਸਮਝ ਆ ਗਿਆ, ਇਹਨਾਂ ਨੇ ਕਈਆਂ ਨੇ ਵਧਾਈਆਂ ਦਿੱਤੀਆਂ, ਦੇਖੋ ਜੀ ਭਗਵੰਤ ਮਾਨ ਉਹ ਬਿੱਲ ਲੈ ਕੇ ਆਇਆ, ਹੁਣ ਉਹ ਕਮੇਟੀ ਦੇ ਹਵਾਲੇ ਕਰਤਾ ਹੈ, ਉਹ 14 ਮੈਂਬਰੀ ਕਮੇਟੀ ਬਣਾ ਦਿੱਤੀ ਹੈ, ਉਹਦੇ 'ਚ ਹੋਰ ਤਰਮੀਮ ਕਰੇਗੀ, ਦੇਖੇਗੀ ਕੀ ਹੋਣਾ ਕੀ ਨਹੀਂ। ਉਦੋਂ ਵੀ ਆਪਣੇ ਜਿਹੜੇ ਸਿੱਖ ਵਕੀਲ ਜਿਵੇਂ ਭਾਈ ਜਸਪਾਲ ਸਿੰਘ ਮੰਝਪੁਰ ਨੇ, ਉਹਨੇ ਕਿਹਾ ਸੀ ਇਹ ਪੁੱਠੀਆਂ ਛਾਲਾਂ ਨਾ ਮਾਰੋ, ਇਹ ਸਾਡੇ ਲਈ ਬਹੁਤ ਨੁਕਸਾਨਦੇਹ ਹੋਏਗਾ ਕਿਉਂਕਿ ਇਹਦੇ 'ਚ ਗੁਰੂ ਗ੍ਰੰਥ ਸਾਹਿਬ ਦੇ ਬਹਾਨੇ ਨਾਲ ਤਾਂ ਇਹ ਕੱਲ੍ਹ ਨੂੰ ਜਿਹੜੇ ਦੂਸਰੇ ਧਰਮ ਗ੍ਰੰਥ ਨੇ, ਹੁਣ ਜੇ ਨਿਰੰਕਾਰੀਆਂ ਦੀਆਂ ਕਿਤਾਬਾਂ ਅਵਤਾਰ ਬਾਣੀ ਯੁੱਗ ਪੁਰਸ਼ ਨੇ ਇੱਕ ਲਾਭ ਬਣਿਆ ਹੈ, ਉਹਨੂੰ ਕੋਈ ਬੇਅਦਬ ਕਰਦਾ ਹੈ ਔਰ ਉਹ ਵੀ ਇੱਕੋ ਤੁਹਾਡੇ ਤੇ ਹੋਏਗਾ ਸਾਰਾ। ਪਰ ਗੱਲ ਉਦੋਂ ਵੀ ਇਹ ਲੱਗਦੀ ਸੀ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹ ਬਾਕੀ ਲਿਆ ਕੇ, ਗੁਰੂ ਗ੍ਰੰਥ ਸਾਹਿਬ ਦਾ ਸਟੇਟਸ ਤਾਂ ਵੈਸੇ ਹੀ ਐਟਰਨਲ ਹੈ, ਸ਼ਬਦ ਗੁਰੂ ਦੇ ਤੌਰ ਦੇ ਉੱਤੇ ਕੋਈ ਵੀ ਚਵਰ ਛਤਰ ਤਖਤ ਦੇ ਨਾਲ ਆਪਣੇ ਗ੍ਰੰਥਾਂ ਨੂੰ ਨਹੀਂ ਜੋੜਦਾ ਹੈ, ਉਹਨਾਂ ਦੀਆਂ ਧਾਰਮਿਕ ਪੁਸਤਕਾਂ ਨੇ। ਲੇਕਿਨ ਸਾਡੇ ਲਈ ਤਾਂ ਜਾਗਤ ਜੋਤ ਗੁਰੂ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਜਿਹੜੀ ਹੈ ਉਹ ਪ੍ਰਗਟ ਗੁਰਾਂ ਕੀ ਦੇਹ ਵਾਂਗ ਅਸੀਂ ਜਿਹੜਾ ਉਸ ਦਾ ਸਤਿਕਾਰ ਕਰਦੇ ਹਾਂ। ਪਰ ਬਹੁਤਿਆਂ ਨੂੰ ਇਸ ਹੱਦ ਤੱਕ ਹੀ ਸੀ, ਅਸੀਂ ਵੀ ਇਸ ਦਾ ਪਾਸਿਕ ਰੈਫਰੈਂਸ ਜ਼ਿਕਰ ਕੀਤਾ ਸੀ। ਪਰ ਅੱਜ ਜਦੋਂ ਮੈਂ ਇਹ ਦੇਖਿਆ ਮੈਂ ਕਿਹਾ ਵੀ ਇਹ ਤਾਂ ਬੜੀ ਖਤਰਨਾਕ ਖੇਡ ਵੱਲ ਜਾ ਰਹੀ ਹੈ ਗੱਲ। ਬਿਲਕੁਲ, ਕਿਉਂਕਿ ਆਲਰੇਡੀ ਜਿਹੜੀ ਸੈਂਸਸ ਹੋਣੀ ਚਾਹੀਦੀ ਸੀ 2021 14 2025 ਹੋ ਗਿਆ, ਸ਼ੁਰੂ ਨਹੀਂ ਹੋਈ। ਪਰ ਜਦੋਂ ਇਹ ਸ਼ੁਰੂ ਕਰਨੀ ਹੈ ਇਹਨਾਂ ਨੇ, ਉਹਦੇ 'ਚ ਆਲਰੇਡੀ ਉਹਨਾਂ ਨੇ ਟਰਮਸ ਆਫ ਰੈਫਰੈਂਸ ਇੱਕ ਚੀਜ਼ ਲਿਖ ਦਿੱਤੀ ਹੈ ਕਿ ਜਿਹੜੇ ਅੱਡ-ਅੱਡ ਪੰਥ ਨੇ, ਅੱਡ-ਅੱਡ ਗਰੁੱਪ ਨੇ, ਅੱਡ-ਅੱਡ ਨੇ, ਜੇ ਉਹ ਆਪਣਾ ਧਰਮ ਅੱਡ ਲਿਖਾਣਾ, ਹੁਣ ਉਹਦੇ 'ਚ ਪਹਿਲਾਂ ਤਾਂ ਮੇਜਰ ਜਿਹੜੇ ਰਿਲੀਜਨਸ ਨੇ ਉਹਨਾਂ ਦੀ ਕੈਟਾਗਰੀ ਸੀ ਕਿ ਉਹ ਅੱਡ ਵੀ ਹੋ ਸਕਦੇ ਨੇ। ਸੋ ਸਾਨੂੰ ਉਦੋਂ ਹੀ ਨਜ਼ਰ ਆਇਆ ਵੀ ਇਹ ਤਾਂ ਕੱਲ੍ਹ ਨੂੰ ਰਾਧਾ ਸੁਆਮੀ ਵੀ ਅੱਡ, ਨਿਰੰਕਾਰੀ ਵੀ ਅੱਡ, ਸੌਦਾ ਸਾਧ ਦੇ ਚੇਲੇ ਵੀ ਅੱਡ,
ਤੇ ਇਹਦਾ ਮਤਲਬ ਇਹ ਹੈ ਵੀ ਜਿਹੜੀ ਡੈਮੋਗ੍ਰਾਫੀ ਹੈ, ਇੱਕ ਤਾਂ ਇਹ ਡੈਮੋਗ੍ਰਾਫੀ ਬਦਲ ਰਹੇ ਨੇ, ਯੂਪੀ ਬਿਹਾਰ ਵਾਲਿਆਂ ਨੂੰ ਲਿਆ ਕੇ ਉੱਥੇ ਵਸਾ ਰਹੇ ਨੇ, ਪੂਰਾ ਰਾਸ਼ਨ ਕਾਰਡ ਕਾਲੋਨੀਜ਼ ਰੱਖ ਜਿਹੜੀਆਂ ਨੇ ਉਹ ਉਹਨਾਂ ਨੂੰ ਰੈਕਗਨਾਈਜ਼ ਕਰਦੇ ਨੇ, ਲੀਗਲਾਈਜ਼ ਕਰ ਰਹੇ ਨੇ। ਦੂਸਰਾ ਪੱਖ, ਜੇ ਸੈਪਰੇਟ ਕਾਲਮ ਦੇ ਥੱਲੇ ਈਵਨ ਉਹੀ ਰਹਿਣ ਵਾਲੇ, ਹੁਣ ਜੇ ਰਾਧਾ ਸੁਆਮੀ ਪੰਜਾਬ ਦੇ ਨੇ, ਉਹਨਾਂ 'ਚ 80-90% ਸਿੱਖੀ ਸਰੂਪ ਵਾਲੇ ਨੇ, ਉੱਧਰ ਵੀ ਚਲੇ ਜਾਂਦੇ ਨੇ, ਉੱਧਰ ਵੀ ਚਲੇ ਜਾਂਦੇ ਨੇ। ਪਰ ਜੇ ਉਹਨਾਂ ਨੂੰ ਇਹ ਆਪਸ਼ਨ ਹੋਏਗੀ ਕਿ ਵੀ ਉਹ ਰਾਧਾ ਸੁਆਮੀ ਆਪਣਾ ਧਰਮ ਲਿਖਾ ਸਕਦੇ ਨੇ, ਤੇ ਤੁਹਾਡੇ ਤਾਂ ਉੱਥੇ ਕਿੰਨੇ % ਰਹਿ ਜਾਣੇ ਨੇ। ਹੁਣ ਈਵਨ ਇਸ ਜਿਹੜਾ ਐਂਟੀ ਸੈਕਰੇਲੇਜ ਬਿੱਲ ਜਾਂ ਲਾਅ ਹੈ, ਅੱਜ ਉਸ ਦੀ ਜਿਹੜੀ ਖਬਰ ਹੈ ਮੇਨਲੀ 2-3 ਉਹਦੇ ਨਾਲ ਰਿਲੇਟਡ, ਕਿ ਵੀ ਇਹ ਇੱਕ ਪੈਂਡੋਰਾਸ ਬਾਕਸ ਖੋਲ੍ਹਣ ਵਾਲੀ ਗੱਲ ਹੈ। ਈਵਨ ਮੀਡੀਆ ਨੇ ਵੀ, ਰੁਚਿਕਾ ਖੰਨਾ ਦੀ ਸਟੋਰੀ ਹੈ ਟ੍ਰਿਬਿਊਨ ਦੇ ਵਿੱਚ, ਕਿ ਰਵਿਦਾਸੀਆ ਕਮਿਊਨਿਟੀ ਖਾਸ ਤੌਰ ਤੇ ਡੇਰਾ ਬੱਲਾ ਜਿਨ੍ਹਾਂ ਨੇ ਇਹ ਸਾਰਾ ਉਹਨਾਂ ਦੇ, ਕਿਉਂਕਿ ਏਜੰਸੀਆਂ ਦਾ ਹੀ ਨੈਟਵਰਕ ਹੈ ਉੱਥੇ, ਕੁਝ ਵਕਤ ਪਹਿਲਾਂ ਇਹਨਾਂ ਨੇ ਅੰਮ੍ਰਿਤ ਬਾਣੀ ਦੇ ਨਾਂ ਥੱਲੇ ਜਿਹੜੀ ਹੁਣ ਭਗਤ ਰਵਿਦਾਸ ਜੀ ਦੀ ਬਾਣੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਹੜੀ ਉਹਨਾਂ ਦੀ ਸਟੀਕ ਬਾਣੀ ਹੈ, ਲੇਕਿਨ ਬਹੁਤ ਸਾਰੀ ਜਿਹੜੀ ਹੈ ਰਵਿਦਾਸ ਜੀ ਦੇ ਨਾਂ ਨਾਲ ਜੋੜ ਕੇ ਉਹਨਾਂ ਨੇ ਕਵਿਤਾਵਾਂ ਲਿਖਾ ਕੇ ਉਸ ਕਿਸਮ ਦੀਆਂ ਏਜੰਸੀਆਂ ਨੇ ਕੁਝ ਸਾਲ ਪਹਿਲਾਂ ਇੱਕ ਗ੍ਰੰਥ ਤਿਆਰ ਕੀਤਾ, ਉਹਨੂੰ ਕਿਹਾ ਗਿਆ ਜੀ ਇਹ ਅੰਮ੍ਰਿਤ ਬਾਣੀ ਹੈ। ਔਰ ਹੁਣ ਉਹਦਾ ਨਾਂ ਈਵਨ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਕਰਤਾ, ਉਦੋਂ ਸਤਿਗੁਰੂ ਰਵਿਦਾਸ ਜੀ ਵੀ ਨਹੀਂ ਸੀ, ਅੰਮ੍ਰਿਤ ਬਾਣੀ। ਹੁਣ ਜਦੋਂ ਇਹਨਾਂ ਦਾ ਇੱਕ ਸਾਧ ਉੱਥੇ ਮਾਰਿਆ ਗਿਆ ਇਟਲੀ ਦੇ ਵਿੱਚ, ਜਿਹੜਾ ਇਸ ਕਿਸਮ ਦਾ ਉਹਨਾਂ ਦਾ ਫਰੰਟ ਸੀ, ਤੇ ਦੁਆਬੇ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਰਾਪੁਰ ਬੱਲਾਂ ਦੇ ਔਰ ਦੂਸਰਿਆਂ ਨੇ ਵਾਇਲੈਂਸ ਕੀਤੀ। ਬਾਦਲ ਦੀ ਸਰਕਾਰ ਸੀ, ਵੋਟਾਂ ਚਾਹੀਦੀਆਂ ਹੁੰਦੀਆਂ ਨੇ, ਉਹ ਬਿਲੀਅਨਸ ਆਫ ਰੁਪੀਸ ਦੀ ਜਾਇਦਾਦ ਵੀ ਤਬਾਹ ਹੋਈ, ਤਾਂ ਉਹਨਾਂ ਨੇ ਆਫ ਦਾ ਹੁੱਕ ਕਰਤਾ। ਫਿਰ ਇੱਕ ਮੂਵਮੈਂਟ ਖੜੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੇ ਦਲਿਤ ਸਮਾਜ ਹੈ, ਰਵਿਦਾਸੀਆ ਭਾਈਚਾਰਾ ਹੈ, ਉਹਨਾਂ ਦੇ ਜਿਹੜੇ ਗੁਰਦੁਆਰੇ ਨੇ, ਉਹਨਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਕੇ ਤੇ ਸੋ ਕਾਲਡ ਅੰਮ੍ਰਿਤ ਬਾਣੀ ਜਿਹੜੀ ਹੈ ਉਹਨੂੰ ਪ੍ਰਕਾਸ਼ਿਤ ਕੀਤਾ, ਉਹਨੂੰ ਜਿਹੜਾ ਇੰਸਟਾਲ ਕੀਤਾ ਜਾਏ। ਉਹ ਮੂਵ ਚੱਲਿਆ ਨਹੀਂ, ਬਾਰਿੰਗ ਫਿਊ, ਜਿਵੇਂ ਰਾਪੁਰ ਬੱਲਾਂ ਦੇ ਡੇਰੇ 'ਚ ਹੋਏਗੀ ਜਾਂ 2-4-5 ਹੋਰ ਥਾਵਾਂ 'ਤੇ। ਮੈਜੋਰਿਟੀ ਜਿਹੜਾ ਰਵਿਦਾਸੀ ਭਾਈਚਾਰਾ ਹੈ, ਜਿਨ੍ਹਾਂ ਦੀ ਪ੍ਰਾਊਡ ਹਿਸਟਰੀ ਹੈ ਸਿੱਖੀ ਦੇ ਨਾਲ, ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਜੋ ਹੈ ਇਹ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜਿਆ ਹੋਇਆ। ਹੁਣ ਜਿਹੜੀ ਔਰ ਉਹ ਗੇਮ ਚੱਲੀ ਨਹੀਂ। ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਹੀ ਜਦੋਂ ਤੁਸੀਂ ਉਹਨਾਂ ਦੇ ਗੁਰਦੁਆਰਿਆਂ 'ਚ ਦੂਸਰਾ ਇੰਸਟਾਲ ਕਰ ਦਿੰਦੇ ਹੋ ਤਾਂ ਗੱਲ ਮੁੱਕ ਜਾਂਦੀ ਹੈ ਕਿ ਜੀ ਇਹ ਅੱਡ ਧਰਮ। ਹੁਣ ਜਦੋਂ ਇਹ ਸੈਕਰੇਲੇਜ ਬਿੱਲ ਦਾ ਗੱਲ ਆਈ ਤੇ ਇਹਨਾਂ ਨੇ ਜਿਹੜਾ ਇੱਕ ਬਿਆਨ ਜਾਰੀ ਕੀਤਾ ਹੈ ਔਰ ਰਿਪਰੈਜ਼ੈਂਟੇਸ਼ਨ ਗਵਰਨਮੈਂਟ ਨੂੰ ਦਿੱਤੀ ਹੈ ਰਵਿਦਾਸੀ, ਉਹਨਾਂ ਨੇ ਕਿਹਾ ਜੀ ਅਸੀਂ 22% ਹੈ ਸਟੇਟ ਪਾਪੂਲੇਸ਼ਨ ਦਾ, ਪੰਜਾਬ ਦੀ ਪਾਪੂਲੇਸ਼ਨ ਦਾ, ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਹੋਲੀ ਕਿਤਾਬ ਹੈ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ, ਉਹਨੂੰ ਵੀ ਹੋਲੀ ਸਕ੍ਰਿਪਚਰਸ ਦੇ ਜਿਹੜੇ ਉਹਦੇ 'ਚ ਸਪੈਸੀਫਾਈ ਕੀਤੇ ਗਏ ਨੇ ਬਿੱਲ 'ਚ, ਉਹਨਾਂ 'ਚ ਸਾਡੇ ਗ੍ਰੰਥ ਨੂੰ ਵੀ ਹੋਲੀ ਸਕ੍ਰਿਪਚਰ ਐਲਾਨਿਆ ਜਾਏ। ਗੱਲ ਕਰ ਲਈ ਇਹ ਨਹੀਂ ਹੈ, ਅਸੀਂ ਸਮਝਦੇ ਹਾਂ ਵੀ ਜੋ ਵੀ ਹੈ ਕਿਸੇ ਦਾ ਵੀ ਅਪਮਾਨ ਨਹੀਂ ਹੋਣਾ ਚਾਹੀਦਾ, ਪਰ ਇਸ ਦੇ ਪਿੱਛੇ ਜੁੜੀ ਹੋਈ ਇੱਕ ਭਾਵਨਾ ਹੈ ਜਿਸ ਦੇ ਵਿੱਚ ਉਹਨਾਂ ਦਾ ਇਹ ਕਹਿਣਾ, ਉਹਨਾਂ ਦਾ ਹੁਣ ਜਿਹੜਾ ਸਤਪਾਲ ਵਿਰਦੀ ਲੀਗਲ ਐਡਵਾਈਜ਼ਰ ਹੈ ਅਖਿਲ ਭਾਰਤੀ ਰਵਿਦਾਸ ਧਰਮ ਸੰਗਠਨ, ਉਹਨੇ ਕਿਹਾ ਵਿਰਦੀ ਕਲੇਮਡ that they were fighting to get the status of religion for Ravidasiyas as they were so far considered a religious sect। ਹੁਣ ਤੱਕ ਸਾਨੂੰ ਇੱਕ ਧਰਮ ਦਾ ਵਿੰਗ ਬਣਿਆ ਜਾਂਦਾ ਹੈ, ਜ਼ਾਹਰ ਹੈ ਵਿਦਿਨ ਸਿੱਖਾਂ ਦੇ ਕਿਹਾ ਜਾਂਦਾ ਜੀ ਇਹ ਰਵਿਦਾਸੀ ਹੈ ਜਾਂ ਇਹ ਹੈ। ਉਹਨੇ ਕਿਹਾ ਜੀ ਅਸੀਂ ਸੈਪਰੇਟ ਧਰਮ ਦਾ ਜਿਹੜਾ ਟੈਗ ਚਾਹੁੰਦੇ ਕਿ ਵੀ ਸਾਨੂੰ ਹੋਏ। ਸੋ ਹੋਏਗਾ ਕਿ ਵੀ ਇਹਦੇ 'ਚ ਪਹਿਲਾਂ ਉਹਦੇ 'ਚ ਸ਼ਾਮਲ ਹੋਏਗਾ ਕਿ ਜੀ ਅੰਮ੍ਰਿਤ ਬਾਣੀ ਇਹਨਾਂ ਦਾ ਗ੍ਰੰਥ ਹੈ, ਫਿਰ ਇਹਨਾਂ ਦਾ ਕਲੇਮ ਹੋਏਗਾ ਜਦੋਂ ਸੈਂਸਸ ਹੋਣੀ ਹੈ ਕਿ ਜੀ ਅਸੀਂ ਕਿਉਂਕਿ ਸਾਡਾ ਸੈਪਰੇਟ ਗ੍ਰੰਥ ਹੈ, ਅਸੀਂ ਸੈਪਰੇਟ ਧਰਮ ਹੈ ਔਰ ਸਾਡੇ ਲਈ ਸੈਪਰੇਟ ਧਰਮ ਦਾ ਖਾਨਾ ਜਿਹੜਾ ਉਹ ਬਣਾਇਆ ਜਾਏ। ਸੋ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਸਿਆਸੀ ਧਿਰਾਂ ਹੁਣ, ਕਿਉਂਕਿ ਇਹ ਤਾਂ ਸਾਰੇ ਕੰਪਰੋਮਾਈਜ਼ ਪੋਜੀਸ਼ਨ ਨੇ ਜੋ ਭਗਵੰਤ ਮਾਨ ਔਰ ਇਹ ਸਾਰਾ ਟੋਲਾ ਜਿਹੜਾ ਜੁੜਿਆ ਹੋਇਆ ਹੈ ਬਿਲਕੁਲ, ਔਰ ਅਲਟੀਮੇਟਲੀ ਇਹ ਹੋਏਗਾ ਕਿ ਸੈਂਸਸ ਤੋਂ ਬਾਅਦ ਜਦੋਂ ਕਿ ਰਵਿਦਾਸੀਆਂ ਦਾ ਇੱਕ ਆਪਣਾ ਧਰਮ ਬਣਿਆ ਹੋਏਗਾ ਔਰ ਆਲਰੇਡੀ ਰਾਧਾ ਸੁਆਮੀ ਔਰ ਦੂਜੇ ਆਪਣੇ ਹੋਣਗੇ, ਤਾਂ ਉਹ ਕਹਿਣਗੇ ਸਿੱਖ ਤਾਂ ਲਓ ਜੀ ਪੰਜਾਬ ਦੇ ਵਿੱਚ ਇਹ ਤਾਂ 30% ਵੀ ਸਿੱਖਾਂ ਦੀ ਆਬਾਦੀ ਨਹੀਂ ਹੈ, ਇੰਨੀ ਦੂਜਿਆਂ ਦੀ ਆ, ਦੱਸੋ ਜੀ ਕਿੱਥੇ ਤੁਸੀਂ ਖਾਲਿਸਤਾਨ ਬਣਾਉਣਾ। ਸੋ ਇਹ ਬੜੀ ਖਤਰਨਾਕ ਗੇਮ ਹੈ ਔਰ ਇਸ ਦੇ ਉੱਤੇ ਕਿਉਂਕਿ
ਹੁਣ ਅਕਾਲੀਆਂ ਤੋਂ ਜਾਂ ਕਿਸੇ ਹੋਰ ਤੋਂ ਕੀ ਤਵੱਕੋ ਕਰਨੀ ਹੈ। ਪਰ ਮੈਨੂੰ ਇਹ ਦੇਖਦੇ ਹਾਂ ਕਿ ਵੀ ਜਿਉਂ ਹੀ ਮੈਂ ਇਹ ਦੇਖਿਆ ਕਿ ਵੀ ਇਹ ਤਾਂ ਬਹੁਤ ਖਤਰਨਾਕ ਜਿਹੜੀ ਹੈ ਇਹ ਗੇਮ, ਇਹ ਕੋਈ ਐਂਟੀ ਸੈਕਰੀਲੇਜ ਬਿੱਲ ਨਹੀਂ ਹੈ। ਇਨਫੈਕਟ ਇਹ ਸਿੱਖਾਂ ਨੂੰ ਫਰਦਰ ਡਿਵਾਈਡ ਕਰਕੇ ਪੰਜਾਬ 'ਚ ਸਿੱਖਾਂ ਨੂੰ ਮਾਈਨੋਰਿਟੀ 'ਚ ਕਰਨ ਦੀ ਸਾਜ਼ਿਸ਼ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।